ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਛਤਰ ਦੇ ਮਾਲਕ। ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਤਿਲੰਗ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 727 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਰਾਗ ਤਿਲੰਗ ਦੇ ਵਿੱਚ ਭਗਤਾਂ ਦੀ ਬਾਣੀ ਅੰਦਰ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ, ਧੁਰਕੀ ਬਾਣੀ, ਇਲਾਹੀ ਦਰਗਾਹੀ ਬਾਣੀ, ਜੋ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 727 ਦੇ ਉੱਪਰ ਸੁਭਾਏਮਾਨ ਹੈ। ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਭਗਤ ਜੀ, ਉਪਦੇਸ਼ ਦੇ ਰਹੇ ਨੇ ਕਲਯੁਗੀ ਜੀਵਾਂ ਦੇ ਉਧਾਰ ਦੇ ਵਾਸਤੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਅਕਾਲ ਪੁਰਖ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਕਤੇਬ ਕਹਿੰਦੇ ਨੇ ਪੱਛਮੀ ਮਤਾਂ ਦੇ ਧਰਮ ਪੁਸਤਕ। ਤੌਰੇਤ ਜੰਬੂਰ ਅਜੀਲ ਕੁਰਾਨ। ਇਫਤਰਾ ਅਰਬੀ ਮੁਬਾਗਲਾ ਬਨਾਵਟ, ਅਸਲੀਅਤ ਦੇ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ, ਭਾਵ ਜੋ ਹੈ ਹੀ ਨਹੀਂ ਉਸ ਨੂੰ ਵਧਾ ਚੜਾ ਕੇ ਬਿਆਨ ਕਰ ਦੇਣਾ। ਕਿਸੇ ਵੀ ਚੀਜ਼ ਦੀ ਪਰਥਾਏ ਇਤਨੀ ਕੁ ਉਸ ਦੀ ਮਹਿਮਾ ਵਡਿਆਈ ਕਰ ਦੇਣੀ ਜੋ ਹੋ ਨਹੀਂ ਸਕਦਾ, ਜੋ ਅਸੰਭਵ ਹੈ, ਉਸ ਨੂੰ ਕਹਿੰਦੇ ਨੇ ਇਫਤਰਾ। ਭਾਵ ਅਸਲੀਅਤ ਦੇ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ। ਫਿਕਰ, ਸਹਿਮ, ਅਸ਼ਾਂਤੀ, ਵਾਦ ਵਿਵਾਦ ਦੀ ਖਾਤਰ ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵੱਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਵਾਦ ਵਿਵਾਦ ਦੀ ਖਾਤਰ, ਲੜਾਈ ਝਗੜੇ ਦੀ ਖਾਤਰ ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵੱਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਸਾਧ ਸੰਗਤ ਜੀ, ਜੋ ਦਿਲ ਦੇ ਵਿੱਚ ਸਹਿਮ ਹੈ ਨਾ, ਉਹ ਦੂਰ ਨਹੀਂ ਹੋ ਸਕਦਾ ਜੇ ਆਪਾਂ ਵੱਧ ਆ ਚੜਾ ਕੇ ਗੱਲਾਂ ਕਰਾਂਗੇ, ਚਾਹੇ ਹਵਾਲੇ ਦੇ ਦੇ ਕੇ ਕਿਉਂ ਨਾ ਗੱਲਾਂ ਕਰੀਏ। ਕਿਉਂਕਿ ਜੋ ਦਿਲ ਹੈ, ਮਨ ਹੈ, ਚਿੱਤ ਹੈ, ਅੰਤःਕਰਨ ਹੈ, ਉਸ ਦੇ ਵਿੱਚ ਜੋ ਡਰ ਵੜ ਗਿਆ, ਜੋ ਸਹਿਮ ਵੜ ਗਿਆ, ਉਹ ਗੱਲਾਂ ਦੇ ਨਾਲ ਬਾਹਰ ਨਹੀਂ ਨਿਕਲੇਗਾ। ਟੁਕ ਦਮ ਕਰਾਰੀ ਜਉ ਕਰਹੁ, ਹਾਜ਼ਰ ਹਜ਼ੂਰ ਖੁਦਾਏ। ਟੁਕ ਦਮ ਕਰਾਰੀ ਜਉ ਕਰਹੁ, ਹਾਜ਼ਰ ਹਜ਼ੂਰ ਖੁਦਾਏ। ਟੁਕ ਕਹਿੰਦੇ ਨੇ ਰਤਾ ਕੁ, ਟੁਕ ਦਮ ਪਲਕ ਭਰ ਕਰਾਰੀ ਟਿਕਾਓ ਇਕਾਗਰਤਾ। ਜਉ ਜੇ ਹਾਜ਼ਰ ਹਜ਼ੂਰ ਹਰ ਥਾਂ ਤੇ ਮੌਜੂਦ ਖੁਦਾਏ ਰੱਬ ਪਰਮਾਤਮਾ। ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ ਤਾਂ ਤੁਹਾਨੂੰ ਸਭਨਾਂ ਵਿੱਚ ਹੀ ਰੱਬ ਵਸਦਾ ਦਿਸੇਗਾ। ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ। ਸਭਨਾਂ ਦੇ ਵਿੱਚ ਰੱਬ ਵਸਦਾ ਦਿਸੇਗਾ, ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ। ਪਰ ਸਾਧ ਸੰਗਤ ਜੀ, ਇਹ ਬਿਰਤੀ, ਇਹ ਟਿਕਾਓ ਆ ਜਿਹੜਾ, ਉਹ ਕਦੋਂ ਆਵੇਗਾ? ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਜਦੋਂ ਹਉਮੈ ਨੂੰ ਆਪਾਂ ਕਰਾਰ ਦਾਂਗੇ, ਭਾਵ ਬਾਹਰ ਕੱਢ ਦੇਵਾਂਗੇ, ਉਦੋਂ ਪਤਾ ਲੱਗੇਗਾ ਪਿਰਦਾ ਮਨ ਦੇ ਵਿੱਚ, ਹਿਰਦੇ ਦੇ ਵਿੱਚ ਖੁਦਾਏ ਦਾ, ਅੱਲਾ ਦਾ ਵਾਸਾ ਹੈ। ਖੁਦਾਏ ਭਾਵ ਅੱਲਾ, ਮਾਲਕ, ਅਕਾਲ ਪੁਰਖ, ਆਪ ਹੋਣ ਵਾਲਾ ਸਹਿਬੰਗ ਪ੍ਰਭੂ। ਨਾਨਕ ਨਾਉ ਖੁਦਾਏ ਕਾ, ਦਿਲ ਹੱਛੇ ਮੁਖ ਲੇਹੋ। ਹੂਰ ਨੂਰ ਮੁਸਕ ਖੁਦਾਇਆ, ਬੰਦਗੀ ਅੱਲਾ ਆਲਾ ਹਜ਼ ਹੁਜਰਾ। ਮਨ ਕਮੀਨ ਕਮਤਰੀਨ, ਤੂੰ ਦਰਿਆਉ ਖੁਦਾਇਆ। ਤੂੰ ਮੂਲਾ ਤਾਂ ਤੂੰ ਕਾਜੀ, ਜਾਣ ਹੈ ਨਾਮ ਖੁਦਾਈ। ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸੇਗਾ। ਸਾਧ ਸੰਗਤ ਜੀ,
ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ। ਹੁਣ ਟਿਕਾਊ ਤਾਂ ਹੈ ਨਹੀਂ। ਅੱਜ ਕੱਲ ਹਰ ਕੋਈ ਤਰਕ 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 ਹੀ ਕਰਦਾ ਹੈ। ਕੋਈ ਬਾਣੀ ਤੇ ਤਰਕ ਕਰੀ ਜਾ ਰਿਹਾ ਹੈ, ਕੋਈ ਗੁਰੂਆਂ ਦੀ ਉੱਪਰ ਤਰਕ ਕਰੀ ਜਾ ਰਿਹਾ ਹੈ, ਕੋਈ ਇਤਿਹਾਸ ਦੇ ਉੱਪਰ ਤਰਕ ਕਰੀ ਜਾ ਰਿਹਾ ਹੈ। ਸਾਧ ਸੰਗਤ ਜੀ, ਕੋਈ ਅੰਮ੍ਰਿਤ ਦੇ ਉੱਪਰ ਤਰਕ ਕਰੀ ਜਾ ਰਿਹਾ ਹੈ, ਤੇ ਕੋਈ ਅੰਮ੍ਰਿਤ ਛਕਾਣ ਦੇ ਲਈ ਜੋ ਮੇਰੇ ਪਾਤਸ਼ਾਹ ਨੇ ਵਿਧੀ ਵਰਤੀ ਉਸ ਦੇ ਉੱਪਰ ਤਰਕ ਕਰੀ ਜਾ ਰਿਹਾ ਹੈ। ਕਾਰਨ ਕੀ ਆ ਤਰਕ ਕਰਨ ਦਾ? ਮਨ ਦੇ ਵਿੱਚ ਟਿਕਾਊ ਨਹੀਂ ਹੈ। ਉਸ ਨੂੰ ਸਭਨਾ ਦੇ ਵਿੱਚ ਰੱਬ ਵਸਦਾ ਨਹੀਂ ਦਿਸਦਾ। ਉਸ ਨੂੰ ਹਰ ਇੱਕ ਮਨੁੱਖ ਦੇ ਜੀਵ ਦੇ ਅੰਦਰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਿਖਾਈ ਨਹੀਂ ਦਿੰਦੀ। ਉਸ ਦਾ ਕੀ ਕਾਰਨ ਹੈ? ਆਪਣੇ ਮਨ ਦੇ ਵਿੱਚ ਟਿਕਾਊ ਹੈ ਨਹੀਂ, ਨਿਤਨੇਮ ਹੈ ਨਹੀਂ, ਪੂਰਨ ਭਰੋਸਾ ਹੈ ਨਹੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ। ਜਦੋਂ ਸਾਡਾ ਵਿਸ਼ਵਾਸ ਕਿਸੇ ਚੀਜ਼ ਦੇ ਉੱਪਰ ਨਹੀਂ ਨਾ ਬਣਦਾ ਸਾਧ ਸੰਗਤ ਜੀ, ਫਿਰ ਮਨ ਦੇ ਵਿੱਚ ਸ਼ੱਕ ਪੈਦਾ ਹੁੰਦੇ ਨੇ, ਮਨ ਦੇ ਵਿੱਚ ਤਰਕ ਆ ਜਾਂਦੀ ਆ। ਤੇ ਜਦੋਂ ਉਸ ਮਾਲਕ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਅਡੋਲ ਅਚਿਤ ਅਵਸਥਾ ਦੇ ਵਿੱਚ ਵਿਸ਼ਵਾਸ ਹੋਵੇਗਾ, ਜਦੋਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਵਿਸ਼ਵਾਸ ਹੀ ਵਿਸ਼ਵਾਸ ਹੋਵੇਗਾ, ਤਾਂ ਫਿਰ ਜਿਹੜਾ ਮਨ ਦੇ ਵਿੱਚ ਹੈ ਨਾ, ਉਹ ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪੈਂਦੀ। ਪਰ ਜਿਤਨੀ ਦੇਰ ਮਨ ਦੇ ਵਿੱਚ ਟਿਕਾਊ ਨਹੀਂ ਹੈ, ਨਿਤਨੇਮ ਦੀ ਤਾਕਤ ਨਹੀਂ ਹੈ, ਪਰਮਾਤਮਾ ਦੇ ਚਰਨਾਂ ਦੇ ਵਿੱਚ ਇਕਾਗਰਚਿਤ ਹੋ ਕੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਨਹੀਂ ਕਰਦਾ ਕੋਈ, ਉਤਨੀ ਦੇਰ ਤਰਕ ਆ ਜਿਹੜਾ ਉਹ ਜਨਮ ਲੈਂਦਾ ਰਹੇਗਾ। ਇਸ ਕਰਕੇ ਭਗਤ ਜੀ ਬਖਸ਼ਿਸ਼ ਕਰਦੇ ਨੇ ਆਪਣੇ ਅੱਜ ਦੇ ਉਪਦੇਸ਼ ਦੇ ਅੰਦਰ, ਅੱਜ ਦੇ ਹੁਕਮ ਦੇ ਅੰਦਰ, ਟੁਕ ਦਮ ਕਰਾਰੀ ਜੋਂ ਕਰਹੁ ਹਾਜ਼ਰ ਹਜ਼ੂਰ ਖੁਦਾਏ। ਜੇ ਤੁਸੀਂ ਆਪਣੇ ਮਨ ਨੂੰ, ਸਾਧ ਸੰਗਤ ਜੀ ਹੁਣ ਸਮਝਣ ਦਾ ਯਤਨ ਕਰਿਓ ਕੀ ਕਹਿ ਰਹੇ ਨੇ ਭਗਤ ਜੀ, ਕਿ ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ। ਹੁਣ ਪਲਕ ਭਰ ਤੋਂ ਭਾਵ ਆ ਨਿਮਕ ਛਿਨ ਮਾਤਰ। ਜਿਤਨਾ ਸਮਾਂ ਆਪਾਂ ਨੂੰ ਪਲਕ ਝਪਕਣ ਤੇ ਲੱਗਦਾ ਹੈ ਉਸ ਨੂੰ ਕਹਿੰਦੇ ਨੇ ਪਲਕ ਭਰ। ਇਤਨਾ ਸਮਾਂ ਹੀ ਟਿਕਾਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸੇਗਾ। ਕਿਸੇ ਦੇ ਵਿਰੁੱਧ ਤੁਹਾਨੂੰ ਤਰਕ ਕਰਨ ਦੀ ਲੋੜ ਨਹੀਂ ਪਏਗੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨੀ ਨੂੰ ਕਹਿੰਦੇ ਨੇ ਹੈਰਾਨੀ। ਘਬਰਾਹਟ ਬੰਦੇ ਹੈ ਮਨੁੱਖ ਹੈ ਜੀਵ। ਖੋਜ ਕਹਿੰਦੇ ਨੇ ਪੈੜ। ਆਪਣੇ ਦਿਲ ਨੂੰ ਹਰ ਵੇਲੇ ਖੋਜ, ਆਪਣੇ ਦਿਲ ਨੂੰ ਹਰ ਵੇਲੇ ਖੋਜ, ਤੇ ਬਹਿਸ ਮੁਬਹਾਸੇ ਦੀ ਘਬਰਾਹਟ ਵਿੱਚ ਨਾ ਭਟਕ। ਬਹਿਸ ਤੇ ਮੁਬਹਾਸੇ ਦੀ ਘਬਰਾਹਟ ਦੇ ਵਿੱਚ ਨਾ ਭਟਕ। ਆਪਣੇ ਦਿਲ ਨੂੰ ਹਰ ਵੇਲੇ ਖੋਜ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਮਿਲ ਸਤ ਸੰਗਤ ਖੋਜ ਦਸਾਈ। ਹਰ ਦਸੋ ਸੰਤੋ ਜੀ ਹਰ ਖੋਜ ਪਵਾਈ ਜੀ। ਬੰਦੇ, ਭਗਤ ਜੀ ਕਹਿ ਰਹੇ ਨੇ, ਬੰਦੇ ਹੇ ਮਨੁੱਖ ਹੈ ਜੀਵ, ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਜੀਵ ਮਨੁੱਖ, ਖੋਜ ਦਿਲ ਹਰ ਰੋਜ਼। ਦਿਲ ਨੂੰ ਹਰ ਵੇਲੇ ਖੋਜ, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਘਬਰਾਹਟ ਦੇ ਵਿੱਚ ਨਾ ਭਟਕ। ਕਿਹੜੀ ਘਬਰਾਹਟ ਦੇ ਵਿੱਚ? ਬਹਿਸ ਦੀ, ਮੁਬਹਾਸੇ ਦੀ ਘਬਰਾਹਟ ਦੇ ਵਿੱਚ। ਇਹ ਜੋ ਦੁਨੀਆ ਸੇ ਹਰ ਮੇਲਾ, ਦਸਤਗੀਰੀ ਨਾਹਿ ਰਹਾਉ। ਇਹ ਜੋ ਦੁਨੀਆ
ਸੇ ਹਰ ਮੇਲਾ ਦਸਤਗੀਰੀ ਨਾਇ ਰਹਾਉ। ਇਸ ਪੰਕਤੀ ਦੇ ਅੰਦਰ ਭਗਤ ਜੀ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਉਪਦੇਸ਼ ਕਰ ਰਹੇ ਨੇ। ਇਹ ਜੋ ਦੁਨੀਆ ਸੇ ਹਰ ਮੇਲਾ, ਸੇਹਰ ਕਹਿੰਦੇ ਸਾਧ ਸੰਗਤ ਜੀ ਜਾਦੂ ਨੂੰ। ਛੋਟੇ ਹੁੰਦਿਆਂ ਬੜੀ ਤਰ੍ਹਾਂ ਦੇ ਆਪਾਂ ਜਾਦੂ ਵੇਖਣ ਜਾਂਦੇ ਸੀ, ਉਦੋਂ ਬੜੇ ਸ਼ੋਅ ਲੱਗਦੇ ਹੁੰਦੇ ਸੀ। ਸੋ ਅੱਜ ਕੱਲ੍ਹ ਉਹ ਆਮ ਦੇਖਣ ਨੂੰ ਬਹੁਤ ਘੱਟ ਮਿਲਦੇ ਨੇ, ਹਾਲੇ ਵੀ ਲੱਗਦੇ ਨੇ, ਪਰ ਕੁਝ ਸਮਾਂ ਪਹਿਲੋਂ ਬਹੁਤਾਤ ਦੀ ਗਿਣਤੀ ਦੇ ਵਿੱਚ ਲੱਗਦੇ ਸੀ। ਸੋ ਜਿੱਥੇ ਉਹ ਜਿਹੜਾ ਮੈਜਿਕ ਵਾਲਾ ਹੁੰਦਾ ਸੀ, ਜਾਦੂਗਰ ਹੁੰਦਾ ਸੀ, ਕਈ ਤਰ੍ਹਾਂ ਦੇ ਸ਼ੋਅ ਦਿਖਾਉਂਦਾ ਹੁੰਦਾ ਸੀ, ਉਸ ਨੂੰ ਕਹਿੰਦੇ ਨੇ ਸਿਹਰ, ਜਾਦੂ। ਜੋ ਉਹ ਜਿਸ ਦੀ ਅਸਲੀਅਤ ਹੋਰ ਹੋਵੇ ਪਰ ਵੇਖਣ ਨੂੰ ਕੁਝ ਹੋਰ ਅਜੀਬ ਮਨਮੋਹਣਾ ਦਿਸਦਾ ਹੋਵੇ, ਵੇਖਣ ਨੂੰ ਅਜੀਬ ਅਤੇ ਮਨਮੋਹਣਾ ਦਿਸਦਾ ਹੋਵੇ। ਮੇਲਾ, ਤਮਾਸ਼ਾ, ਖੇਡ। ਦਸਤਗੀਰੀ, ਦਸਤ ਕਹਿੰਦੇ ਨੇ ਹੱਥ, ਗੀਰੀ ਨੂੰ ਫੜਨਾ, ਹੱਥ ਪੱਲੇ ਪੈਣ ਵਾਲੀ ਸ਼ੈ, ਸਦਾ ਸਾਂਭ ਰੱਖਣ ਵਾਲੀ ਸ਼ੈ। ਇਹ ਸੰਸਾਰ, ਇਹ ਜਗਤ ਇੱਕ ਜਾਦੂ ਜਿਹਾ ਹੈ, ਇੱਕ ਤਮਾਸ਼ਾ ਜਿਹਾ ਹੈ। ਇਸ ਵਿੱਚੋਂ, ਇਸ ਵਰਥ ਵਿਅਰਥ ਵਾਦ ਵਿਵਾਦ ਦੇ ਰਾਹੀਂ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ। ਸੰਸਾਰ ਇੱਕ ਜਾਦੂਗਰ ਦੇ ਇੱਕ ਜਾਦੂ ਜਿਹਾ ਏ, ਤਮਾਸ਼ੇ ਜਿਹਾ ਏ। ਇਸ ਦੇ ਵਿੱਚੋਂ ਸਾਧ ਸੰਗਤ ਜੀ ਵਿਅਰਥ ਦੇ ਵਾਦ ਵਿਵਾਦ ਦੇ ਰਾਹੀਂ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ। ਇੱਥੇ ਭਗਤ ਜੀ ਰਹਾਓ, ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ, ਠਹਿਰਾਓ ਦੇ ਕੇ ਬਖਸ਼ਿਸ਼ ਕਰ ਰਹੇ ਨੇ ਕਿ ਇੱਥੇ ਜੋ ਤੇਰੇ ਕੋਲ ਆ, ਜਿਹੜਾ ਤੇਰੇ ਹੱਥ ਪੱਲੇ ਪੈਣ ਵਾਲਾ ਕੋਈ ਸ਼ੈ ਹੈ ਨਹੀਂ, ਕਿਉਂਕਿ ਇਹ ਜਿਹੜੀ ਦੁਨੀਆ ਹੈ ਉਹ ਮੇਲਾ ਹੈ। ਤੇ ਫਿਰ ਭਗਤ ਜੀ ਨੂੰ ਜੇ ਪੁੱਛੀਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਵੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ, ਵੀ ਇਹ ਦੁਨੀਆ ਤਾਂ ਸਹਿਰ ਮੇਲਾ ਹੈ, ਇੱਕ ਜਾਦੂ ਹੈ, ਇੱਕ ਤਮਾਸ਼ਾ, ਇਸ ਦੇ ਵਿੱਚੋਂ ਵਿਅਰਥ ਦੇ ਵਾਦ ਵਿਵਾਦ ਰਾਹੀਂ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ਆ, ਤਾਂ ਫਿਰ ਕੀ ਕਰੀਏ? ਤਾਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਪ ਅੰਮ੍ਰਿਤ ਨਾਮ ਸਤ ਸੰਗ ਮੇਲਾ। ਭਾਵ ਸੰਗ ਕਰੇ ਮਿਲਾਪ ਕਰੇ, ਜਪ ਅੰਮ੍ਰਿਤ ਨਾਮ। ਤੂੰ ਸੰਸਾਰ ਦੇ ਮੇਲੇ ਦੇ ਵਿੱਚ ਵਿਅਰਥ ਦੇ ਵਿਵਾਦ ਤੇ ਵਿਵਾਦ ਰਾਹੀਂ, ਵਿਅਰਥ ਦੇ ਝਗੜੇ, ਸਾਧ ਸੰਗਤ ਜੀ ਜਿਨ੍ਹਾਂ ਦਾ ਕੋਈ ਤੁੱਕ ਨਹੀਂ ਬਣਦਾ, ਜਿਸ ਝਗੜੇ ਦਾ ਕੋਈ ਕਾਰਨ ਨਹੀਂ ਬਣਦਾ, ਉਹ ਨਜਾਇਜ਼ ਐਵੇਂ ਕਿਸੇ ਨਾਲ ਲੜਾਈ ਝਗੜੇ ਨਾ ਕਰ। ਕੀ ਕਰ? ਤਾਂ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਾਝ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਸੰਤ ਸੰਗ ਮੇਲਾ, ਜਪ ਅੰਮ੍ਰਿਤ ਨਾਮ, ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਉਸ ਦੀ ਭਜਨ ਬੰਦਗੀ ਸਿਫਤ ਸਲਾਹ ਕਰ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਕਹਿੰਦੇ ਨੇ ਝੂਠ। ਦਰੋਗ ਪੜ ਪੜ ਕੇ, ਇਹ ਪੜ ਕੇ ਕਿ ਵੇਦ ਝੂਠੇ ਹਨ, ਜਾਂ ਇਹ ਪੜ ਕੇ ਕਿ ਕਤੇਬ ਝੂਠੇ ਹਨ। ਬੇਖਬਰ ਅਣਜਾਣ ਮਨੁੱਖ ਬਾਦ ਝਗੜਾ ਬਹਿਸ, ਬਕਾਹੇ ਬੋਲਦੇ ਹਨ, ਬਹਿਸ ਕਰਦੇ ਹਨ ਬੇਸਮਝ ਲੋਕ। ਅੰਨ ਮੱਤਾਂ ਦੇ ਧਰਮ ਪੁਸਤਕਾਂ ਬਾਰੇ ਇਹ ਪੜ ਪੜ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਝੂਠ ਹੈ, ਖੁਸ਼ ਹੋ ਕੇ ਬਹਿਸ ਕਰਦੇ ਹਨ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਹੱਕ ਸੱਚ ਕਹਿੰਦੇ ਨੇ ਸਦਾ ਕਾਇਮ ਰਹਿਣ ਵਾਲਾ ਰੱਬ,
ਮਿਆਨੇ ਵਿੱਚ ਸਿਆਮ ਮੂਰਤ ਕ੍ਰਿਸ਼ਨ ਜੀ ਦੀ ਮੂਰਤੀ ਨਾਹੀਂ ਰੱਬ ਨਹੀਂ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਵਿੱਚ ਵੀ ਵਸਦਾ ਏ, ਨਾ ਉਹ ਵੱਖਰਾ ਸਤਵੇਂ ਅਸਮਾਨ ਤੇ ਬੈਠਾ ਏ, ਨਾ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ। ਅਸਮਾਨ ਮੇਹਾਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਅਸਮਾਨ ਮੇਹਾਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਸੱਤਵੇਂ ਅਸਮਾਨ ਦੇ ਵਿੱਚ ਬੈਠਾ ਸਮਝਣ ਦੀ ਥਾਂ ਹੈ ਭਾਈ ਉਸ ਪ੍ਰਭੂ ਨੂੰ, ਰੂਪ ਨੂੰ। ਦਰਿਆ ਦੇ ਅੰਤ ਹੈ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਦੇ ਵਿੱਚ ਇਸ਼ਨਾਨ ਕਰਨਾ ਸੀ। ਕਰ ਫੱਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੋ ਉਸ ਦੀ ਬੰਦਗੀ ਕਰ, ਇਹ ਭਗਤੀ ਦੀ ਐਨਕ ਲਾ ਕੇ ਵੇਖ, ਉਹ ਹਰ ਥਾਂ ਤੇ ਮੌਜੂਦ ਹੈ। ਅੱਲਾ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਅੱਲਾ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਅੱਲਾ ਕਹਿੰਦੇ ਨੇ ਰੱਬ, ਪਾਕੰਗ ਪਾਕ ਪਵਿੱਤਰ ਤੋਂ ਪਵਿੱਤਰ, ਸਭ ਤੋਂ ਪਵਿੱਤਰ। ਸ਼ੱਕ ਭਰਮ ਕਰੋ ਮੈਂ ਕਰਾਂ ਦੂਸਰ, ਉਸ ਵਰਗਾ ਕੋਈ ਹੋਰ ਦੂਜਾ। ਰੱਬ ਸਭ ਤੋਂ ਪਵਿੱਤਰ ਹਸਤੀ ਹੈ, ਉਸ ਤੋਂ ਪਵਿੱਤਰ ਕੋਈ ਹੋਰ ਨਹੀਂ। ਇਸ ਗੱਲ ਵਿੱਚ ਮੈਂ ਤਾਂ ਸ਼ੱਕ ਕਰਾਂ ਜੇ ਰੱਬ ਉਸ ਰੱਬ ਦੇ ਵਰਗਾ ਕੋਈ ਹੋਰ ਹੋਵੇ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਕਰਮ ਕਹਿੰਦੇ ਨੇ ਬਖਸ਼ਿਸ਼, ਕਰੀਮ ਬਖਸ਼ਿਸ਼ ਕਰਨ ਵਾਲਾ। ਉਹ ਪ੍ਰਭੂ ਸੋਏ, ਉਹ ਮਨੁੱਖ ਜਿਸ ਉੱਤੇ ਪ੍ਰਭੂ ਬਖਸ਼ਿਸ਼ਾਂ ਕਰਦਾ ਹੈ। ਹੇ ਕਬੀਰ, ਇਸ ਭੇਤ ਨੂੰ ਉਹ ਮਨੁੱਖ ਹੀ ਸਮਝ ਸਕਦਾ ਏ ਜਿਸ ਨੂੰ ਉਹ ਸਮਝਣ ਯੋਗ ਬਣਾਏ, ਤੇ ਇਹ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਆਪਣੇ